ਹੈਲੋ ਸਟੂਡੈਂਟਸ, ਇਸ ਵੀਡੀਓ ਲੈਕਚਰ ਵਿੱਚ ਆਪਾਂ 11th ਕਲਾਸ ਹਿਸਟਰੀ ਦੇ ਫਸਟ ਚੈਪਟਰ ਨੂੰ ਕੰਟੀਨਿਊ ਕਰਾਂਗੇ। ਇਸ ਤੋਂ ਪਹਿਲਾਂ 4 ਵੀਡੀਓ ਲੈਕਚਰ ਬਣ ਚੁੱਕੇ ਹਨ ਤੇ ਇਹ ਪੰਜਵਾਂ ਪਾਰਟ ਹੈ। ਇਸ ਵੀਡੀਓ ਲੈਕਚਰ ਵਿੱਚ ਵੀ ਮੈਂ ਲਾਈਨ ਟੂ ਲਾਈਨ ਪੰਜਾਬੀ ਐਕਸਪਲੇਨੇਸ਼ਨ ਕਰਾਂਗਾ। ਲੈਟਸ ਸਟਾਰਟ। ਹੰਟਰ ਗੈਦਰ ਸੁਸਾਇਟੀਜ਼ ਫਰੋਮ ਦਾ ਪ੍ਰੈਜ਼ੈਂਟ ਟੂ ਦਾ ਪਾਸਟ। ਜਿਵੇਂ ਜਿਵੇਂ ਐਂਥਰੋਗ੍ਰਾਫਿਸਟ ਨੇ ਸਟੱਡੀ ਕੀਤੀ, ਸਾਡਾ ਗਿਆਨ ਵਧਿਆ ਹੈ ਅੱਜ ਦੇ ਹੰਟਰਸ ਗੈਦਰਰ ਬਾਰੇ। ਪਰ ਇੱਕ ਕੁਐਸਚਨ ਇਹ ਉੱਠਦਾ ਹੈ ਕਿ ਅੱਜ ਦੇ ਹੰਟਰ ਗੈਦਰਰਸ ਤੋਂ ਜੋ ਇਨਫੋਰਮੇਸ਼ਨ ਮਿਲਦੀ ਹੈ ਉਹ ਪੁਰਾਣੇ ਸਮੇਂ ਦੇ ਹੰਟਰਸ ਗੈਦਰਰ ਬਾਰੇ ਜਾਣਨ ਵਿੱਚ ਸਹਾਇਤਾ ਕਰ ਸਕਦੀ ਹੈ। ਇੱਕ ਤਾਂ ਕੁਐਸਚਨ ਇਹ ਸਾਡੇ ਸਾਹਮਣੇ ਆਉਂਦਾ ਹੈ। ਦੂਸਰਾ ਕੁਐਸਚਨ ਇਹ ਆਉਂਦਾ ਹੈ ਕਿ ਅਸੀਂ ਪਾਸਟ ਸੁਸਾਇਟੀਜ਼ ਬਾਰੇ ਇਸ ਤੋਂ ਕੁਝ ਸਮਝ ਸਕਦੇ ਹਾਂ। ਇਸ ਦੇ ਸੰਬੰਧ ਵਿੱਚ ਵੀ ਦੋ ਇੱਕ ਦੂਸਰੇ ਦੇ ਵਿਰੋਧੀ ਵਿਚਾਰਧਾਰਾਵਾਂ ਹਨ। ਇੱਕ ਪਾਸੇ ਉਹ ਸਕਾਲਰਸ ਹਨ ਜਿਨ੍ਹਾਂ ਨੇ ਅੱਜ ਦੇ ਹੰਟਰਸ ਗੈਦਰਰ ਤੋਂ ਡਾਇਰੈਕਟਲੀ ਡਾਟਾ ਲਿਆ ਤੇ ਉਸ ਦੀ ਤੁਲਨਾ ਪੁਰਾਣੇ ਸਮੇਂ ਦੇ ਜੋ ਰਿਮੇਨਸ ਜੋ ਆਰਕੀਓਲੋਜਿਸਟ ਨੂੰ ਮਿਲੇ ਹਨ ਉਸ ਦੇ ਨਾਲ ਇਸ ਦੀ ਕੀ ਹੈ ਤੁਲਨਾ ਕੀਤੀ ਗਈ ਤੇ ਇਹਨਾਂ ਵਿੱਚ ਕਾਫੀ ਸਿਮਿਲੈਰਿਟੀਜ਼ ਉਹਨਾਂ ਨੇ ਕਹੀਆਂ ਕਿ ਕਾਫੀ ਸਿਮਿਲੈਰਿਟੀਜ਼ ਹਨ ਇਸ ਦੇ ਵਿੱਚ। ਉਦਾਹਰਨ ਦੇ ਤੌਰ ਤੇ ਕੁਝ ਆਰਕੀਓਲੋਜਿਸਟ ਨੇ ਇਹ ਮੰਨਿਆ ਹੈ ਕਿ ਜੋ ਹੋਮੀਨਿਡਸ ਸਾਈਟ ਸੀ ਲਗਭਗ 2 MYA ਪੁਰਾਣੇ ਸਮੇਂ ਦੀ ਗੱਲ ਕਰ ਰਹੇ ਹਾਂ। ਇਹ ਲੇਕ ਤੁਰਕਾਨਾ ਦੇ ਕਿਨਾਰਿਆਂ ਉੱਤੇ ਇਹ ਸੀ। ਡਰਾਈ ਸੀਜ਼ਨ ਕੈਂਪ ਦੇਖਣ ਨੂੰ ਮਿਲਦੇ ਹਨ ਉੱਥੇ। ਲੇਕ ਤੁਰਕਾਨਾ ਦੇ ਕਿਨਾਰਿਆਂ ਤੇ ਨਾ ਡਰਾਈ ਸੀਜ਼ਨ ਕੈਂਪ ਸਾਨੂੰ ਦੇਖਣ ਨੂੰ ਮਿਲਦੇ ਹਨ ਅਰਲੀ ਹਿਊਮਨਸ ਦੇ। ਇਸੇ ਤਰ੍ਹਾਂ ਦੀ ਪ੍ਰੈਕਟਿਸ ਹਾਜ਼ਾ ਅਤੇ ਕੁੰਗਸੈਨ ਕਬੀਲਿਆਂ ਵਿੱਚ ਵੀ ਦੇਖੀ ਜਾਂਦੀ ਹੈ। ਇਹ ਤਾਂ ਦੇਖੋ ਸਿਮਿਲੈਰਿਟੀ ਹੋ ਗਈ। ਦੂਸਰੇ ਪਾਸੇ ਕੁਝ ਸਕਾਲਰਸ ਇਹੋ ਜਿਹੇ ਵੀ ਹਨ ਜਿਹੜੇ ਮਹਿਸੂਸ ਕਰਦੇ ਹਨ ਕਿ ਜੋ ਐਥਨੋਗ੍ਰਾਫਿਕ ਜੋ ਹੁਣ ਦਾ ਡਾਟਾ ਹੈ ਪਾਸਟ ਸੁਸਾਇਟੀ ਨੂੰ ਸਮਝਣ ਦੇ ਲਈ ਨਹੀਂ ਵਰਤਿਆ ਜਾ ਸਕਦਾ। ਕਲੀਅਰ? ਜੋ ਐਥਨੋਗ੍ਰਾਫਿਕ ਡਾਟਾ ਪਾਸਟ ਸੁਸਾਇਟੀਜ਼ ਨੂੰ ਸਮਝਣ ਦੇ ਲਈ ਇਹ ਹੁਣ ਦਾ ਜੋ ਡਾਟਾ ਹੈ ਉਸ ਨੂੰ ਨਹੀਂ ਵਰਤਿਆ ਜਾ ਸਕਦਾ। ਇੱਕ ਸਕਾਲਰਸ ਇਹ ਵੀ ਕਹਿੰਦੇ ਹਨ ਜੋ ਦੂਸਰੇ ਵਿਰੋਧੀ ਵਿਚਾਰਧਾਰਾ ਦੇ ਹਨ, ਕਿਉਂਕਿ ਦੋਵਾਂ ਵਿੱਚ ਬਹੁਤ ਫਰਕ ਹੈ। ਕਿਉਂਕਿ ਜੋ ਅੱਜ ਕੱਲ੍ਹ ਦੀਆਂ ਹੰਟਰ ਗੈਦਰ ਸੁਸਾਇਟੀਜ਼ ਹਨ ਉਹ ਹੋਰ ਵੀ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਕਰਦੀਆਂ ਹਨ। ਹੰਟਿੰਗ ਗੈਦਰਿੰਗ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਹ ਕੰਮ ਕਰਦੇ ਹਨ। ਇਸ ਵਿੱਚ ਸ਼ਾਮਲ ਹੈ ਕਿ ਜਿਵੇਂ ਥੋੜ੍ਹਾ ਬਹੁਤ ਵਪਾਰ ਕਰ ਲੈਣਾ, ਫੋਰੈਸਟ ਜੋ ਪ੍ਰੋਡਿਊਸਰਸ ਹਨ ਜਾਂ ਕਿਸੇ ਗੁਆਂਢੀ ਕਿਸਾਨਾਂ ਦੇ ਖੇਤਾਂ ਵਿੱਚ ਪੇਡ ਲੇਬਰ ਦੇ ਤੌਰ ਤੇ ਕੰਮ ਕਰ ਲੈਣਾ। ਇਸ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਜੋ ਸੁਸਾਇਟੀਜ਼ ਨੂੰ ਹਰ ਇੱਕ ਖੇਤਰ ਵਿੱਚ ਨਿਗਲੈਕਟ ਕੀਤਾ ਜਾਂਦਾ ਹੈ, ਚਾਹੇ ਉਹ ਜੋਗਰਾਫੀਕਲ ਹੋਵੇ ਏਰੀਆ, ਪੋਲੀਟੀਕਲੀ ਹੋਵੇ ਜਾਂ ਚਾਹੇ ਸੋਸ਼ਲੀ ਹੋਵੇ। ਜਿਨ੍ਹਾਂ ਹਾਲਤਾਂ ਵਿੱਚ ਇਹ ਲੋਕ ਰਹਿੰਦੇ ਹਨ ਉਹ ਪਹਿਲਾਂ ਦੇ ਹਿਊਮਨਸ ਤੋਂ ਕਾਫੀ ਅਲੱਗ ਹਨ। ਇਸ ਤਰ੍ਹਾਂ ਵੀ ਮੰਨਿਆ ਜਾਂਦਾ ਹੈ ਕਿ ਇਹਨਾਂ ਦਾ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਪਹਿਲੇ ਹਿਊਮਨਸ ਦੇ ਨਾਲ। ਦੂਜੀ ਸਮੱਸਿਆ ਇਹ ਹੈ ਕਿ ਜੋ ਅੱਜ ਕੱਲ੍ਹ ਦੀਆਂ ਹੰਟਰ ਗੈਦਰ ਸੁਸਾਇਟੀ ਹਨ ਉਹਨਾਂ ਵਿੱਚ ਬਹੁਤ ਜ਼ਿਆਦਾ ਅੰਤਰ ਹਨ। ਇਹਨਾਂ ਸੁਸਾਇਟੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਅੰਤਰ ਹਨ। ਇਹਨਾਂ ਬਾਰੇ ਬਹੁਤ ਹੀ ਗੁੰਝਲਦਾਰ ਡਾਟਾ ਹੈ ਕਿ ਕਿਹੜਾ ਗਰੁੱਪ ਹੰਟਿੰਗ ਗੈਦਰਿੰਗ ਨੂੰ ਕਿੰਨੀ ਮਹੱਤਤਾ ਦਿੰਦਾ ਹੈ। ਹੁਣ ਆਪਸ ਵਿੱਚ ਵੀ ਇਹਨਾਂ ਦੇ ਵਿੱਚ ਸਿਮਿਲੈਰਿਟੀਜ਼ ਅੱਜ ਕੱਲ੍ਹ ਨਹੀਂ ਹਨ। ਇਹਨਾਂ ਦੇ ਗਰੁੱਪ ਸਾਈਜ਼ਸ ਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ, ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਵੀ ਇਹਨਾਂ ਵਿੱਚ ਫਰਕ ਹਨ। ਇੱਥੋਂ ਥੋੜ੍ਹੀ ਜਿਹੀ ਕੰਮ ਦੀ ਵੰਡ ਨੂੰ ਲੈ ਕੇ ਵੀ ਉਲਝਣ ਹੈ ਇੱਥੇ, ਵੀ ਇਹਨਾਂ ਵਿੱਚ ਕੰਮ ਦੀ ਵੰਡ ਨੂੰ ਲੈ ਕੇ ਉਲਝਣ ਹੈ। ਜਿਵੇਂ ਕਿ ਭੋਜਨ ਇਕੱਠਾ ਕਰਨ ਦੇ ਸੰਬੰਧ ਵਿੱਚ ਫਰਕ ਹੈ। ਭਾਵੇਂ ਅੱਜ ਕੱਲ੍ਹ ਜੋ ਹੰਟਰਸ ਗੈਦਰਰਸ ਗਰੁੱਪ ਹਨ ਉਹਨਾਂ ਵਿੱਚ ਔਰਤਾਂ ਭੋਜਨ ਇਕੱਠਾ ਕਰਦੀਆਂ ਹਨ ਤੇ ਆਦਮੀ ਸ਼ਿਕਾਰ ਕਰਦੇ ਹਨ, ਪਰ ਕੁਝ ਸੁਸਾਇਟੀਜ਼ ਹਨ ਜਿੱਥੇ ਦੋਵੇਂ ਔਰਤਾਂ ਤੇ ਮਰਦ ਸ਼ਿਕਾਰ ਕਰਦੇ ਹਨ, ਭੋਜਨ ਇਕੱਠਾ ਕਰਦੇ ਹਨ ਤੇ ਟੂਲਸ ਵੀ ਬਣਾਉਂਦੇ ਹਨ। ਇਸ ਸਥਿਤੀ ਵਿੱਚ ਜੇਕਰ ਦੇਖਿਆ ਜਾਵੇ ਤਾਂ ਜੋ ਰੋਲ ਔਰਤਾਂ ਦਾ ਹੈ ਅੱਜ ਕੱਲ੍ਹ ਦੀਆਂ ਹੰਟਰਸ ਗੈਦਰ ਸੁਸਾਇਟੀ ਦੇ ਵਿੱਚ ਫੂਡ ਸਪਲਾਈ ਵਿੱਚ ਉਸ ਨੂੰ ਨਕਾਰਿਆ ਨਹੀਂ ਜਾ ਸਕਦਾ। ਇਹ ਕਹਿ ਸਕਦੇ ਹਾਂ ਕਿ ਅੱਜ ਕੱਲ੍ਹ ਦੀਆਂ ਹੰਟਰ ਗੈਦਰ ਸੁਸਾਇਟੀ ਵਿੱਚ ਆਦਮੀਆਂ ਅਤੇ ਔਰਤਾਂ ਦਾ ਬਰਾਬਰ ਦਾ ਰੋਲ ਹੈ। ਭਾਵੇਂ ਅੰਤਰ ਹੋਣ ਕੰਮ ਕਰਨ ਵਿੱਚ ਫਿਰ ਵੀ ਬਰਾਬਰ ਦਾ ਰੋਲ ਕਿਹਾ ਜਾ ਰਿਹਾ ਹੈ ਇਹਨਾਂ ਦਾ। ਇਹ ਤਾਂ ਅੱਜ ਦੀ ਗੱਲ ਹੋ ਗਈ, ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਅਜਿਹਾ ਪਹਿਲਾਂ ਵੀ ਹੁੰਦਾ ਹੋਵੇਗਾ। ਐਪੀਲੌਗ। ਲੱਖਾਂ ਸਾਲਾਂ ਤੋਂ ਮਨੁੱਖ ਜੋ ਹੈ ਜੰਗਲੀ ਜੀਵਾਂ ਦਾ ਸ਼ਿਕਾਰ ਕਰਦੇ ਆਏ ਹਨ ਜਾਂ ਜੰਗਲੀ ਪੇੜ ਪੌਦਿਆਂ ਤੋਂ ਭੋਜਨ ਇਕੱਠਾ ਕਰਦੇ ਇਹ ਕਰਕੇ ਜਿਉਂਦੇ ਰਹਿੰਦੇ ਆਏ ਹਨ।
ਪਰ ਜੇਕਰ 10,000 ਅਤੇ 4500 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਲੋਕ ਜੋ ਸੰਸਾਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਰਹਿੰਦੇ ਸਨ ਉਹਨਾਂ ਨੇ ਸਿੱਖਣਾ ਸ਼ੁਰੂ ਕਰ ਦਿੱਤਾ ਕਿ ਕਿਸ ਤਰ੍ਹਾਂ ਪੇੜ ਪੌਦੇ ਲਗਾਏ ਜਾਂਦੇ ਹਨ ਤੇ ਜਾਨਵਰਾਂ ਨੂੰ ਪਾਲਿਆ ਜਾਂਦਾ ਹੈ। ਇਸ ਤਰ੍ਹਾਂ ਖੇਤੀਬਾੜੀ ਤੇ ਜਾਨਵਰਾਂ ਨੂੰ ਪਾਲਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਇਹ ਜੋ ਸ਼ਿਫਟ ਸੀ ਫੋਰੈਗਿੰਗ ਭਾਵ ਭੋਜਨ ਲੱਭਣਾ ਇੱਧਰ ਉੱਧਰ ਘੁੰਮ ਕੇ ਤੇ ਫਾਰਮਿੰਗ ਕਰਨਾ ਭਾਵ ਇੱਕ ਜਗ੍ਹਾ ਰਹਿ ਕੇ ਖੇਤੀ ਕਰਨਾ, ਇਹ ਸ਼ਿਫਟ ਜੋ ਆਇਆ ਮਨੁੱਖੀ ਇਤਿਹਾਸ ਦਾ ਇੱਕ ਮਹੱਤਵਪੂਰਨ ਟਰਨਿੰਗ ਪੁਆਇੰਟ ਮੰਨਿਆ ਜਾਂਦਾ ਹੈ। ਪਰ ਇਸ ਸਮੇਂ ਅਜਿਹਾ ਬਦਲਾਅ ਕਿਉਂ ਹੋਇਆ, ਇਹ ਇੱਕ ਪ੍ਰਸ਼ਨ ਹੈ। ਜੋ ਆਈਸ ਏਜ ਦਾ ਸਮਾਂ ਸੀ ਉਹ ਲਗਭਗ 13,000 ਸਾਲ ਪਹਿਲਾਂ ਖਤਮ ਹੋ ਗਿਆ ਸੀ ਤੇ ਹੁਣ ਗਰਮ ਵਾਤਾਵਰਨ ਸ਼ੁਰੂ ਹੋ ਗਿਆ ਸੀ। ਇੱਕ ਤਾਂ ਇਸ ਨਾਲ ਕੀ ਹੋਇਆ ਕਿ ਮੌਇਸਚਰ ਸ਼ੁਰੂ ਹੋ ਗਿਆ, ਬਰਸਾਤਾਂ ਵਗੈਰਾ ਸ਼ੁਰੂ ਹੋ ਗਈਆਂ। ਇਸ ਤਰ੍ਹਾਂ ਦੀਆਂ ਕੰਡੀਸ਼ਨਸ ਘਾਹ ਵਗੈਰਾ ਉੱਗਣ ਦੇ ਲਈ ਕਾਫੀ ਸਹਾਇਕ ਸਨ। ਇਸ ਤਰ੍ਹਾਂ ਬਾਰਲੇ ਅਤੇ ਵੀਟ ਦਾ ਉਤਪਾਦਨ ਸ਼ੁਰੂ ਹੋ ਗਿਆ। ਇਸ ਤਰ੍ਹਾਂ ਵੱਡੇ ਵੱਡੇ ਜੰਗਲ ਅਤੇ ਘਾਹ ਦੇ ਮੈਦਾਨ ਵੱਧ ਗਏ ਅਤੇ ਕੁਝ ਜਾਨਵਰਾਂ ਦੀਆਂ ਜਾਤੀਆਂ ਜਿਵੇਂ ਕਿ ਵਾਈਲਡ ਸ਼ੀਪ ਹੋ ਗਈ, ਗੋਟ ਹੋ ਗਈ, ਕੈਟਲ, ਪਿਗ ਅਤੇ ਡੌਂਕੀ ਵਗੈਰਾ ਵਧੇ। ਹੁਣ ਮਨੁੱਖੀ ਪਾਪੂਲੇਸ਼ਨ ਉਹਨਾਂ ਏਰੀਆਜ਼ ਨੂੰ ਪ੍ਰੈਫਰ ਕਰਨ ਲੱਗੀ ਜਿੱਥੇ ਕਾਫੀ ਮਾਤਰਾ ਵਿੱਚ ਜੰਗਲੀ ਘਾਹ ਸੀ ਤੇ ਜੰਗਲੀ ਜਾਨਵਰ ਸਨ। ਹੁਣ ਪਰਮਾਨੈਂਟ ਤੌਰ ਤੇ ਕਮਿਊਨਿਟੀਜ਼ ਨੇ ਸਾਰਾ ਸਾਲ ਇੱਕ ਥਾਂ ਤੇ ਰਹਿਣਾ ਸ਼ੁਰੂ ਕਰ ਦਿੱਤਾ। ਹੁਣ ਜਿਵੇਂ ਕੁਝ ਏਰੀਆਜ਼ ਨੂੰ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਸੀ ਰਹਿਣ ਲਈ ਤਾਂ ਉਹਨਾਂ ਏਰੀਆਜ਼ ਵਿੱਚ ਫੂਡ ਸਪਲਾਈ ਨੂੰ ਵਧਾਉਣ ਵੱਲ ਖਾਸ ਧਿਆਨ ਦਿੱਤਾ ਜਾਣ ਲੱਗਿਆ। ਹੁਣ ਪੇਂਡੂ ਜੋ ਪੇੜ ਪੌਦੇ ਸਨ ਉਗਾਉਣ ਦੀ ਜਾਂ ਜਾਨਵਰਾਂ ਨੂੰ ਪਾਲਣ ਦੀ ਤੇ ਉਹਨਾਂ ਨੂੰ ਕਿਸ ਪ੍ਰਕਾਰ ਉਹਨਾਂ ਦੀ ਰੱਖਣਾ ਹੈ, ਇਹ ਕੀ ਹੈ ਪ੍ਰਕਿਰਿਆ ਕਾਫੀ ਵੱਧ ਗਈ। ਇਹ ਜੋ ਬਦਲਾਅ ਹੋਇਆ ਇਸ ਵਿੱਚ ਕੁਝ ਤੱਥ ਸਾਂਝੇ ਤੌਰ ਤੇ ਜ਼ਿੰਮੇਵਾਰ ਹੋ ਸਕਦੇ ਹਨ, ਜਿਵੇਂ ਕਿ ਕਲਾਈਮੇਟ ਚੇਂਜ ਹੋ ਗਿਆ ਸੀ, ਆਬਾਦੀ ਵੱਧ ਗਈ ਸੀ, ਕੁਝ ਪਲਾਂਟਸ ਵਗੈਰਾ ਦੀ ਜਾਣਕਾਰੀ ਵੱਧ ਰਹੀ ਸੀ ਲੋਕਾਂ ਦੇ ਵਿੱਚ, ਜਿਵੇਂ ਕਿ ਵੀਟ, ਬਾਰਲੇ, ਰਾਈਸ, ਮਿਲਟ ਤੇ ਕਈ ਜਾਨਵਰਾਂ ਦੀ ਵੀ ਜਾਣਕਾਰੀ ਹੋਣ ਲੱਗ ਗਈ ਸੀ ਮਨੁੱਖਾਂ ਨੂੰ, ਜਿਵੇਂ ਕਿ ਸ਼ੀਪ, ਗੋਟ, ਕੈਟਲ, ਡੌਂਕੀ ਤੇ ਪਿਗ ਵਗੈਰਾ ਹੋ ਗਏ। ਇਹ ਸਭ ਟਰਾਂਸਫੋਰਮੇਸ਼ਨ ਵਿੱਚ ਕਾਫੀ ਮਹੱਤਵਪੂਰਨ ਰੋਲ ਪਲੇ ਕਰਨ ਲੱਗੇ ਸਨ। ਇਸ ਤਰ੍ਹਾਂ ਦਾ ਇੱਕ ਏਰੀਆ ਜਿੱਥੇ ਫਾਰਮਿੰਗ ਅਤੇ ਪੈਸਟੋਰਲਿਜ਼ਮ ਸ਼ੁਰੂ ਹੋਇਆ ਲਗਭਗ 10,000 ਸਾਲ ਪਹਿਲਾਂ, ਉਹ ਸੀ ਫਰਟਾਈਲ ਕ੍ਰੀਸੈਂਟ, ਜੋ ਕਿ ਮੈਡੀਟੇਰੀਅਨ ਕੋਸਟ ਤੋਂ ਜੈਗਰੋਜ਼ ਮਾਊਂਟੇਨ ਈਰਾਨ ਤੱਕ ਫੈਲਿਆ ਹੋਇਆ ਸੀ। ਹੁਣ ਜਿਵੇਂ ਜਿਵੇਂ ਖੇਤੀਬਾੜੀ ਸ਼ੁਰੂ ਹੋਈ ਲੋਕਾਂ ਨੇ ਇੱਕ ਜਗ੍ਹਾ ਤੇ ਰਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਮੇਂ ਇੱਕ ਥਾਂ ਤੇ ਰਹਿਣ ਲੱਗੇ ਲੋਕ। ਇਸ ਤਰ੍ਹਾਂ ਉਹਨਾਂ ਨੇ ਪਰਮਾਨੈਂਟ ਘਰ ਬਣਾਉਣੇ ਆਪਣੇ ਸ਼ੁਰੂ ਕਰ ਦਿੱਤੇ, ਜਿਵੇਂ ਮਿੱਟੀ ਦੀਆਂ ਇੱਟਾਂ ਤੋਂ ਤੇ ਜਾਂ ਫਿਰ ਪੱਥਰਾਂ ਤੋਂ। ਇਹ ਕੁਝ ਪੁਰਾਣੇ ਪਿੰਡ ਹਨ ਜੋ ਆਰਕੀਓਲੋਜਿਸਟ ਨੂੰ ਮਿਲੇ ਹਨ। ਹੁਣ ਫਾਰਮਿੰਗ ਤੇ ਪੈਸਟੋਰਲਿਜ਼ਮ ਨਾਲ ਹੋਰ ਵੀ ਕਈ ਚੇਂਜਸ ਆਏ, ਜਿਵੇਂ ਕਿ ਲੋਕਾਂ ਨੇ ਬਰਤਨ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਉਹ ਆਪਣਾ ਅਨਾਜ ਸਟੋਰ ਕਰਦੇ ਸਨ ਜਾਂ ਹੋਰ ਚੀਜ਼ਾਂ ਰੱਖਦੇ ਸਨ, ਤੇ ਖਾਣਾ ਬਣਾਉਣ ਲਈ ਵੀ ਬਰਤਨਾਂ ਦੀ ਵਰਤੋਂ ਸ਼ੁਰੂ ਹੋਣ ਲੱਗੀ। ਇਸ ਤੋਂ ਇਲਾਵਾ ਨਵੀਂ ਕਿਸਮ ਦੇ ਪੱਥਰ, ਇਹਨਾਂ ਦੇ ਟੂਲਸ ਦੀ ਵਰਤੋਂ ਸ਼ੁਰੂ ਹੋ ਗਈ। ਹੋਰ ਨਵੇਂ ਟੂਲਸ ਜਿਵੇਂ ਕਿ ਹਲ ਖੇਤੀਬਾੜੀ ਵਿੱਚ ਵਰਤਣੇ ਸ਼ੁਰੂ ਹੋ ਗਏ ਸਨ। ਲੋਕਾਂ ਨੂੰ ਕਾਪਰ ਤੇ ਟਿਨ ਵਰਗੇ ਮੈਟਲਸ ਦੀ ਵਰਤੋਂ ਦੀ ਜਾਣਕਾਰੀ ਹੋਣ ਲੱਗੀ ਸੀ। ਵੀਲ ਭਾਵ ਚੱਕਰ ਦੀ ਵਰਤੋਂ ਵੀ ਸ਼ੁਰੂ ਹੋ ਗਈ ਸੀ, ਚਾਹੇ ਉਹ ਬਰਤਨ ਬਣਾਉਣ ਵਿੱਚ ਹੋਵੇ ਜਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਹੋਵੇ। ਚੱਕਰ ਬਹੁਤ, ਜੋ ਵੀਲ ਆਪਾਂ ਕਹਿੰਦੇ ਆ, ਟਾਇਰ ਵਗੈਰਾ ਕਹਿੰਦੇ ਆ, ਉਸਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ। ਇਹ ਆਮ ਤੌਰ ਤੇ ਲੱਕੜ ਵਗੈਰਾ, ਪੱਥਰ ਵਗੈਰਾ ਦੇ ਬਣਾਏ ਜਾਂਦੇ ਸਨ। ਇਹਦੇ ਉੱਤੇ ਬਰਤਨ ਵੀ ਲੋਕ ਬਣਾਉਂਦੇ ਸਨ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣ ਵਿੱਚ ਵੀ ਇਹਨਾਂ ਦੀ ਸਹਾਇਤਾ ਹੁੰਦੀ ਸੀ। ਲਗਭਗ 5,000 ਸਾਲ ਪਹਿਲਾਂ ਬਹੁਤ ਸਾਰੇ ਲੋਕ ਮਿਲ ਕੇ ਸ਼ਹਿਰਾਂ ਵਿੱਚ ਰਹਿਣ ਲੱਗੇ। ਅਜਿਹਾ ਕਿਉਂ ਹੋਇਆ, ਇਹ ਇੱਕ ਪ੍ਰਸ਼ਨ ਹੈ। ਅਤੇ ਕੀ ਫਰਕ ਹਨ ਸ਼ਹਿਰਾਂ ਤੇ ਹੋਰ ਰਿਹਾਇਸ਼ਾਂ ਵਿੱਚ, ਸ਼ਹਿਰਾਂ ਦੀਆਂ ਰਿਹਾਇਸ਼ਾਂ ਵਿੱਚ ਤੇ ਹੋਰ ਰਿਹਾਇਸ਼ਾਂ ਵਿੱਚ ਕੀ ਫਰਕ ਹਨ, ਇਹ ਵੀ ਇੱਕ ਪ੍ਰਸ਼ਨ ਹੈ। ਇਹਨਾਂ ਦੇ ਆਨਸਰ ਸਾਨੂੰ ਥੀਮਸ ਸੈਕੰਡ ਵਿੱਚ ਮਿਲਣਗੇ। Thanks students, I hope you have understood this part and by this part we have completed this first chapter from the beginning of time, and after I will come very soon with the next chapter. Thanks.